कमेटी का गठन होगा तो उस तो बाद अगली ਉਹਦੀ कार्रवाई होगी। किसानों ने 2 दिन पहले ही क्लीयर करता सी कि वो किसी दूजी होर कमेटी के मूहरे नहीं अपीयर होणगे। सर की सुप्रीम कोर्ट पहला सुत्ती पई सी उदों उन्होंने कमेटी बनानी नहीं याद आई। पिछले 6 महीने तो किसाना जिहड़ा संघर्ष है लगातार जारी है। पिछले 6 महीने तो किसान ने सड़कों ते सुप्रीम कोर्ट ने हुण अज 6 महीने बाद आके कमेटी बनाती। बड़े वधिया तरीके नाल ऑनरेबल सुप्रीम कोर्ट ने ये टिप्पणी की है कि सेंट्रल गवर्नमेंट हैज़ फेल्ड, जिहड़ी सरकार है वो फेल हो चुकी है फार्मर्स दे प्रोटेस्ट नूं चंगी तरह एड्रैस करन च हैंडल करन च। ਤੁਹਾਨੂੰ लगता है एड्डे वड्डे मुद्दे का कोई हल निकलेगा? केंद्र सरकार तो हल कढ़ नहीं पाई। केंद्र ते किसानां दे विचकार 8 बैठकां हो चुकी लेकिन सब बेसिक्टा निकलियां। किसानां वालों लगातार दोष लाए जा रहे हैं भी सुप्रीम कोर्ट जिहड़ी हैगी है वो केंद्र सरकार के इशारियां ते काम करती है। केंद्र सरकार तो बिना पुछे सुप्रीम कोर्ट डिंग नहीं पटदी। कोर्ट दे विच ਲੱਖਾਂ ਕਰੋੜਾਂ केस पहले ही पेंडिंग पे ने। ਤੁਹਾਨੂੰ लगता है इस केस ਨੂੰ प्रायोरिटी ते डील किया जाएगा? सुप्रीम कोर्ट वालों कानूनों ਦੇ ਵਿੱਚ ਸੋਧ ਕਰ ਦਿੱਤੀ ਜਾਵੇ ਤੇ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਕਿਸਾਨਾਂ ਕੋਲ ਕੋਈ ਹੋਰ ਰਸਤਾ ਕੋਈ ਹੋਰ ਵਿਕਲਪ ਬਚਦਾ ਜਿਸ ਨਾਲ ਉਹ ਆਪਣੇ ਜਿਹੜੇ ਕਾਨੂੰਨ ਨੇ ਰੱਦ ਕਰਵਾ ਸਕਣ। ਸਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਕਾਨੂੰਨ ਰੱਦ ਕਰ ਦਿੱਤੇ ਨੇ। ਕੀ ਸਟੇਟ ਗਵਰਨਮੈਂਟ ਕੋਲ ਅਥਾਰਟੀ ਹੈਗੀ ਹੈ ਕਿ ਉਹ ਆਪਣੀ ਸਟੇਟ ਦੇ ਵਿੱਚ ਮਤਾ ਪਾ ਕੇ ਕਾਨੂੰਨ ਰੱਦ ਕਰ ਸਕਣ? ਜਿਹੜਾ CGI ਹੁੰਦਾ ਸੁਪਰੀਮ ਕੋਰਟ ਦਾ ਉਹ ਕੀ ਪ੍ਰਧਾਨ ਮੰਤਰੀ ਨੂੰ ਵੀ ਇਸ ਮੁੱਦੇ ਤੇ ਤਲਬ ਕਰ ਸਕਦਾ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਕੋਮਲ ਸਿੰਗਲਾ। ਕੇਂਦਰ ਸਰਕਾਰ ਵੱਲੋਂ 3 ਖੇਤੀਬਾੜੀ ਕਾਨੂੰਨ ਪਾਸ ਕੀਤੇ ਗਏ ਸੀ ਜਿਨ੍ਹਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਲਗਾਤਾਰ ਪਿਛਲੇ 50 ਦਿਨਾਂ ਤੋਂ ਡਟੇ ਹੋਏ ਨੇ। ਹੁਣ ਇਹ ਮੁੱਦਾ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਪੇਸ਼ੀਆਂ ਜਾਰੀਆਂ ਨੇ ਤੇ ਸੁਪਰੀਮ ਕੋਰਟ ਦਾ ਜਿਹੜਾ ਨਿਰਣੇ ਹੈ ਉਹਦੀ ਸਾਰੇ ਵੇਟ ਕਰ ਰਹੇ ਨੇ। ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਇੱਕ ਸੀਨੀਅਰ ਵਕੀਲ ਅਮਿਤ ਸ਼ਰਮਾ ਜੀ ਮੌਜੂਦ ਨੇ। ਪਹਿਲਾਂ ਤਾਂ ਅਮਿਤ ਸ਼ਰਮਾ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ। ਅਮਿਤ ਸ਼ਰਮਾ ਜੀ ਕੀ ਕਹਿਣਾ ਤੁਹਾਡਾ ਜਿਹੜਾ ਸੁਪਰੀਮ ਕੋਰਟ ਹੈ ਕਿਸਾਨਾਂ ਦਾ ਜਿਹੜਾ ਮੁੱਦਾ ਖੇਤੀ ਬਿੱਲਾਂ ਦਾ ਮੁੱਦਾ ਫਸਿਆ ਹੋਇਆ ਹੈ ਉਹਨੂੰ ਸੁਪਰੀਮ ਕੋਰਟ ਕਿਸੇ ਤਰੀਕੇ ਰੱਦ ਕਰ ਸਕਦੀ ਹੈ? ਬਿਲਕੁਲ ਜੀ, ਜਿਹੜੀ ਕਮੇਟੀ ਅੱਜ ਇਹ ਬਣ ਗਈ ਹੈ ਆਰਡਰ ਸਾਡੇ ਸਭ ਨੂੰ ਸਾਡੇ ਕੋਰਟ ਨੇ ਕੱਢ ਲਿਆ ਹੈ। ਕਮੇਟੀ ਬਣਨ ਤੋਂ ਬਾਅਦ ਜੋ ਰਿਪੋਰਟ ਆਊਗੀ ਉਸ ਤੋਂ ਬਾਅਦ ਜੇ ਬਿਲਕੁਲ ਜੇ ਕੋਰਟ ਨੇ ਇਹ ਜਾਇਜ਼ ਸਮਝਿਆ ਕਿ ਇਹ ਕਾਨੂੰਨ ਗਲਤ ਨੇ ਜਾਂ ਇਸ 'ਚ ਕੁਝ ਵੀ ਗਲਤੀ ਜਾਂ ਸਾਡੇ ਜਿਹੜਾ ਦੇਸ਼ ਚਲਾਉਂਦਾ ਕਿਸਾਨ ਉਹਦੇ ਖਿਲਾਫ ਹੈ ਤੇ ਬਿਲਕੁਲ ਉਹ ਸਿਰੇ ਤੋਂ ਇਹ ਤਿੰਨੋਂ ਕਾਨੂੰਨ ਰੱਦ ਕਰ ਸਕਦੀ ਹੈ। ਜੀ ਇੱਕ ਅੱਜ ਦਾ ਵੱਡਾ ਅਪਡੇਟ ਦੇ ਦਈਏ ਆਪਣੇ ਦਰਸ਼ਕਾਂ ਨੂੰ। ਸੁਪਰੀਮ ਕੋਰਟ ਵੱਲੋਂ ਜਿਹੜੇ ਕਾਨੂੰਨ ਬਣੇ ਸੀਗੇ 3 ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਸੀ ਉਸ ਤੇ ਸਟੇ ਲਾ ਦਿੱਤੀ ਗਈ ਹੈ ਅਤੇ ਨਾਲ ਇੱਕ ਕਮੇਟੀ ਵੀ ਗਠਿਤ ਕਰ ਦਿੱਤੀ ਗਈ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਿਲਕੁਲ, ਅੱਜ ਸਵੇਰੇ ਹੀ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਤੇ ਸੁਣਵਾਈ ਦੇ ਦੌਰਾਨ ਉਹਨੇ ਇਹ ਨਿਸ਼ਕਸ਼ ਤੇ ਇਹ ਪਹੁੰਚੇ ਨੇ ਕਿ ਜਿਹੜੇ ਤਿੰਨੋਂ ਕਾਨੂੰਨ ਹੈਗੇ ਨੇ ਇਹਨਾਂ ਦੀ ਸਭ ਤੋਂ ਪਹਿਲਾਂ ਉਹਨੇ ਇਹ ਟਿੱਪਣੀ ਦਿੱਤੀ ਕਿ ਸੈਂਟਰਲ ਗਵਰਨਮੈਂਟ ਜਿਹੜੀ ਸਾਡੀ ਸਰਕਾਰ ਹੈ ਉਹ ਬਿਲਕੁਲ ਵੀ ਇਹਨੂੰ ਫਾਰਮ ਦੇ ਜਿਹੜਾ ਪ੍ਰੋਟੈਸਟ ਹੈ ਉਹਨੂੰ ਚੰਗੀ ਤਰ੍ਹਾਂ ਨਹੀਂ ਐਡਰੈਸ ਕਰ ਪਾ ਰਹੀ। ਉਸ 'ਚ ਫੈਕਟ ਫਾਈਂਡਿੰਗ ਕਰਨ ਤੋਂ ਬਾਅਦ ਉਹਨਾਂ ਨੇ ਇਸ ਜਿਹੜੀ ਕਮੇਟੀ ਹੈ ਕਮੇਟੀ ਦਾ ਸੰਗਠਨ ਉਹਨਾਂ ਨੇ ਕਰ ਲਿਆ। 4 ਮੈਂਬਰ ਕਮੇਟੀ ਹੈ ਜਿਸ 'ਚ ਕਿ BKU ਦੇ ਪ੍ਰੈਜ਼ੀਡੈਂਟ ਸਾਡੇ ਹੈਗੇ ਨੇ, ਫਿਰ ਪ੍ਰਮੋਦ ਕੁਮਾਰ ਜੋਸ਼ੀ ਇੰਟਰਨੈਸ਼ਨਲ ਪਾਲਿਸੀ ਹੈਡ ਐਂਡ ਉਸ ਤੋਂ ਬਾਅਦ ਅਸ਼ੋਕ ਗੁਲਾਟੀ ਐਗਰੀਕਲਚਰ ਇਕੋਨੋਮਿਸਟ ਤੇ ਚੌਥਾ ਬੰਦਾ ਹੈਗਾ ਅਨਿਲ ਜਿਹੜੇ ਬੰਬੇ ਦੇ ਨੇ। ਇਹਨਾਂ ਦੀ 4 ਦੀ ਕਮੇਟੀ ਬਣੂਗੀ ਤੇ ਜਿਹੜੇ ਕਾਨੂੰਨ ਹੈ ਉਹ ਦੇਖਾਂਗੇ ਉਹ ਮਤਲਬ ਇਹ ਦੇਖਣਗੇ ਕਿ ਇਹ ਠੀਕ ਹੈ ਗਲਤ ਹੈ। ਰਿਪੋਰਟ ਸਬਮਿਸ਼ਨ ਤੋਂ ਬਾਅਦ ਇਹ ਬਿਲਕੁਲ ਰੱਦ ਹੋ ਸਕਦੇ ਆ। ਜੀ ਅਮਿਤ ਜੀ, ਇੱਕ ਜਾਣਕਾਰੀ ਹੋਰ ਤੁਹਾਡੇ ਤੋਂ ਲੈ ਲਈਏ। ਜਿਹੜੀ ਇਹ ਕਮੇਟੀ ਬਣਾਈ ਗਈ ਹੈ ਕਿਸਾਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਉਹ ਬਿਨਾਂ ਬਿੱਲ ਰੱਦ ਕਰਵਾਏ ਵਾਪਸ ਨਹੀਂ ਮੁੜਨਗੇ। ਕਿਸੇ ਕਮੇਟੀ ਦਾ ਉਹਨਾਂ ਵੱਲੋਂ ਪਾਲਣ ਨਹੀਂ ਕੀਤਾ ਜਾਏਗਾ। ਕਿਸੇ ਉਰੇ ਤੱਕ ਕਿ ਸੁਪਰੀਮ ਕੋਰਟ ਦੇ ਵਿੱਚ ਅੱਜ ਕਿਸਾਨਾਂ ਦਾ ਵਕੀਲ ਵੀ ਨਹੀਂ ਗਿਆ। ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਦੇਖੋ, ਵਕੀਲ ਜਾਣਾ ਨਾ ਜਾਣਾ ਉਹਨਾਂ ਦਾ ਇੱਕ ਪਰਸਨਲ ਮੈਟਰ ਹੈ ਜੀ, ਬਟ ਅਸੀਂ ਕੋਰਟ ਚੱਲਦੀ ਹੈ, ਕੋਰਟ ਆਪਣੇ ਸਟਾਈਲ ਨਾਲ ਉਹਨਾਂ ਦੀ ਇੱਕ ਵਰਕਿੰਗ ਹੁੰਦੀ ਹੈ ਜੀ। ਸੁਪਰੀਮ ਕੋਰਟ ਵੱਲੋਂ ਅੱਜ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਸ ਦੇ ਵਿੱਚ 4 ਮੈਂਬਰ ਨੇ, ਪਰ ਕਿਸਾਨਾਂ ਵੱਲੋਂ ਪਹਿਲੇ ਦਿਨ ਤੋਂ ਨਕਾਰਿਆ ਜਾ ਰਿਹਾ ਹੈ ਕਿ ਅਸੀਂ ਕਿਸੇ ਕਮੇਟੀ ਦੇ ਸਾਹਮਣੇ ਨਹੀਂ ਪੇਸ਼ ਹੋਵਾਂਗੇ। ਉਹਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਕਿਸਾਨਾਂ ਨੇ 2-3 ਦਿਨ ਪਹਿਲਾਂ ਤੋਂ ਇਹ ਨੈਰੇਟਿਵ ਚੱਲ ਰਿਹਾ ਹੈ, ਸਾਡੇ ਸਾਹਮਣੇ ਸਾਂਝਾ ਹੋਇਆ ਸੀ ਕਿ ਇੱਕ ਕਮੇਟੀ ਦਾ ਗਠਨ ਹੋਊਗਾ ਤੇ ਉਸ ਤੋਂ ਬਾਅਦ ਅਗਲੀ ਉਹਦੀ ਕਾਰਵਾਈ ਹੋਗੀ। ਕਿਸਾਨਾਂ ਨੇ 2 ਦਿਨ ਪਹਿਲਾਂ ਹੀ ਕਲੀਅਰ ਕਰਤਾ ਸੀ ਕਿ ਉਹ ਕਿਸੇ ਦੂਜੀ ਹੋਰ ਕਮੇਟੀ ਦੇ ਮੂਹਰੇ ਨਹੀਂ ਅਪੀਅਰ ਹੋਣਗੇ ਕਿਉਂਕਿ 40 ਮੈਂਬਰ ਦੀ ਜਿਹੜੀ ਉਹਨਾਂ ਦੀ ਕਮੇਟੀ ਆਲਰੇਡੀ ਚੱਲ ਰਹੀ ਹੈ ਉਹ ਉਸ ਦੇ ਮੂਹਰੇ ਹੀ ਜਿਹੜਾ ਆਪਦਾ ਪੂਰਾ ਮੁੱਦਾ ਰੱਖ ਰਹੇ 8 ਮੀਟਿੰਗਸ ਹੋ ਗਈਆਂ ਨੇ ਤੇ ਅੱਗੇ ਵੀ ਉਸ 'ਚ ਜੋ 50% ਜਿਸ ਤਰ੍ਹਾਂ ਜੋ ਵੀ ਨੈਗੋਸੀਏਸ਼ਨਸ ਅੱਜ ਤੱਕ ਹੋਈਆਂ ਨੇ
ਉਹ ਸਿਲਸਿਲਾ ਚੱਲੂਗਾ। ਅਸੀਂ ਸੈਕਿੰਡ ਕਿਸੇ ਕਮੇਟੀ ਮੂਹਰੇ ਨਹੀਂ ਪੇਸ਼ ਹੋਣਾ ਜੀ। ਬਟ ਅੱਜ ਜਿਸ ਤਰ੍ਹਾਂ ਕੁਝ ਜਿਹੜੇ ਜਥੇਬੰਦੀਆਂ ਨੇ, ਕਮੇਟੀਜ਼ ਨੇ, ਉਹਨਾਂ ਨੇ ਕਲੀਅਰ ਕਰਤਾ ਹੈ कि उन्होंने सहमति आपकी रखी है, क्योंकि अपना सर्वोच्च न्यायालय है जी, साडा सुप्रीम कोर्ट है, सुप्रीम कोर्ट सब तो उत्ते है ते ओदा मान सब नूं करना चाहिए। एक अपने एक्सपर्ट तो एक होर क्वेश्चन ले लिए, वड्डा जिहड़ा CGI हुंदा सुप्रीम कोर्ट दा, ਉਹ ਕੀ प्रधानमंत्री ਨੂੰ ਵੀ ਇਸ ਮੁੱਦੇ ਤੇ ਤਲਬ ਕਰ ਸਕਦਾ ਹੈ? ਬਿਲਕੁਲ ਜੀ, ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਆਪਣੇ ਦੇਸ਼ 'ਚ ਦੇਖਿਆ ਹੈ ਕਿ ਇਹ ਜਿਹਾ ਕੁਝ ਘਟਨਾ ਹੋਈ ਸੀ ਜਿਹਦੇ ਕਰਕੇ ਸਾਡੇ ਫਾਰਮਰ ਸਾਡੇ ਸਿਟਿੰਗ ਪ੍ਰਾਈਮ ਮਿਨਿਸਟਰ ਨੂੰ ਬੁਲਾਇਆ ਸੀ। ਜੇ ਕੋਈ ਕੱਲ ਨੂੰ ਐਸੀ ਲੋੜ ਕੋਈ ਪੈ ਜਾਂਦੀ ਹੈ ਕਿਤੇ, ਬਿਲਕੁਲ ਸੁਪਰੀਮ ਕੋਰਟ ਕਿਸੇ ਨੂੰ ਵੀ ਇੰਡੀਅਨ ਸਿਟੀਜ਼ਨ ਨੂੰ ਜਿਹੜਾ ਹੈਗਾ ਨਾਗਰਿਕ ਸਾਡਾ, ਉਹਨੂੰ ਬਿਲਕੁਲ ਬੁਲਾ ਸਕਦੀ ਹੈ। ਇੱਕ ਹੋਰ ਜਾਣਕਾਰੀ ਲੈ ਲਈਏ, ਕਿਸਾਨਾਂ ਵੱਲੋਂ 26 ਜਨਵਰੀ ਨੂੰ ਪਰੇਡ ਦੇ ਦੌਰਾਨ ਇੱਕ ਵੱਡਾ ਟਰੈਕਟਰ ਮਾਰਚ ਉਲੀਕਣ ਦਾ ਘੋਸ਼ਣਾ ਕੀਤੀ ਗਈ ਹੈ, ਪਰ ਸੁਪਰੀਮ ਕੋਰਟ ਵੱਲੋਂ ਅੱਜ ਕਿਸਾਨਾਂ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਬਿਲਕੁਲ, ਇੱਕ ਗਵਰਨਮੈਂਟ ਦੇ ਵੱਲੋਂ ਇੱਕ ਐਪਲੀਕੇਸ਼ਨ ਇੰਜੰਕਸ਼ਨ ਐਪਲੀਕੇਸ਼ਨ ਸਟੇ ਦੀ ਲਾਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਰੋਕਿਆ ਜਾਵੇ, ਕਿਉਂਕਿ ਉਸ 'ਚ ਕੁਝ ਤੱਤਵ ਆਲਰੇਡੀ ਐਜੇ ਹੈਗੇ। ਉਸ ਉਹਨਾਂ ਨੇ ਆਪਦਾ ਮੁੱਦਾ ਰੱਖਦੇ ਹੋਏ ਇਹ ਐਪਲੀਕੇਸ਼ਨ ਲਾਈ ਸੀ। ਗਵਰਨਮੈਂਟ ਨੇ ਹੀਅਰਿੰਗ ਤੋਂ ਬਾਅਦ ਇਸ 'ਚ ਨੋਟਿਸ ਕਰ ਦਿੱਤਾ ਹੈ ਤੇ 26 ਤੋਂ ਪਹਿਲਾਂ ਕਿਸੇ ਵੀ ਦਿਨ ਇਸ 'ਚ ਅਗਲੀ ਕਾਰਵਾਈ ਕਰਨ ਲਈ ਹੀਅਰਿੰਗ ਹੋ ਸਕਦੀ ਹੈ। ਇੱਕ ਗੱਲ ਹੋਰ ਹੈ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਸਾਡੀ ਰੋਜ਼ਾਨਾ ਗੱਲਬਾਤ ਹੋ ਰਹੀ ਹੈ, ਹੁਣ ਵੀ ਜਸਟ ਗੱਲਬਾਤ ਹੋ ਕੇ ਹਟੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੋਟਿਸ ਨੂੰ ਨਹੀਂ ਮੰਨਦੇ, ਸਾਡੇ ਵੱਲੋਂ ਜਿਹੜਾ ਟਰੈਕਟਰ ਮਾਰਚ ਦੀ ਘੋਸ਼ਣਾ ਕੀਤੀ ਗਈ ਹੈ ਉਹ 26 ਜਨਵਰੀ ਨੂੰ ਹੀ ਕੱਢਿਆ ਜਾਏਗਾ। ਬਿਲਕੁਲ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ, ਅਸੀਂ ਸੁਣ ਵੀ ਰਹੇ ਹਾਂ ਉਹਨਾਂ ਦੇ ਸਭ ਦੇ ਬਿਆਨ, ਉਹ ਆਪਦੇ ਮੰਗ ਤੇ ਅੜੇ, ਆਪਦੀ ਡਿਮਾਂਡ ਤੇ ਅੜੇ ਹੋਏ ਹੈ ਕਿ ਅਸੀਂ ਇਹ ਰੱਦ ਕਰਨੇ, ਜਿਹਦੇ ਕਰਕੇ ਉਹ 26 ਨੂੰ ਇੱਕ ਵੱਡਾ ਪ੍ਰੋਟੈਸਟ ਕਰਨਗੇ ਤੇ ਜਿਹਦੇ ਤੇ ਆਪਾਂ ਪ੍ਰੋਟੈਸਟ ਕਰਨ ਲਈ ਬੇਸਿਕਲੀ ਮੋਮਲ ਜੀ ਕਿਸੇ ਨੂੰ ਰੋਕ ਨਹੀਂ ਸਕਦੇ। ਇਹ ਸਾਡਾ ਇੱਕ ਸੰਵਿਧਾਨਿਕ ਅਧਿਕਾਰ ਹੈ, ਜੋ ਕਿ ਡੈਮੋਕ੍ਰੈਟਿਕ ਸਾਡਾ ਇੱਕ ਰਾਈਟ ਹੈ, ਕਨਸਟੀਟਿਊਸ਼ਨ ਨੇ ਸਾਨੂੰ ਦਿੱਤਾ ਹੈ। ਅਸੀਂ ਕਿਤੇ ਮਰਜੀ ਘਰ ਤੋਂ ਬਾਹਰ, ਦਿੱਲੀ, ਬੰਬੇ, ਕਿਤੇ ਵੀ ਦੁਨੀਆ 'ਚ, ਦੇਸ਼ 'ਚ ਇਹ ਆਪਦਾ ਪ੍ਰੋਟੈਸਟ ਕਰ ਸਕਦੇ ਜੀ। ਸਰ, ਜੇ ਗੱਲ ਕਰ ਲਈਏ ਕੇਂਦਰ ਸਰਕਾਰ ਨੇ ਆਪਣੀ ਅੜਬ ਰਵੱਈਏ ਵਾਲੀ ਜਿਹੜੀ ਸਰਕਾਰ ਹੈ, ਜੇਕਰ ਸੁਪਰੀਮ ਕੋਰਟ ਇਹ ਬਿੱਲਾਂ ਨੂੰ ਰੱਦ ਕਰ ਦਿੰਦੀ ਹੈ ਤਾਂ ਕੇਂਦਰ ਸਰਕਾਰ ਕੋਈ ਨਵੀਂ ਨੀਤੀ ਬਣਾ ਸਕਦਾ ਸੁਪਰੀਮ ਕੋਰਟ ਤੋਂ ਉੱਪਰ ਉੱਠ ਕੇ? ਬਿਲਕੁਲ ਜੀ, ਪਹਿਲੀ ਗੱਲ ਹੈ ਕਿ ਜਦ ਸੁਪਰੀਮ ਕੋਰਟ ਨੇ ਇਹ ਤਿੰਨੋਂ ਬਿੱਲ ਰੱਦ ਕਰਤੇ हैं ਤੇ ਉਸ ਤੋਂ ਬਾਅਦ ਕੋਈ ਗੁੰਜਾਇਸ਼ ਕਿਸੇ ਕੋਲ ਨਹੀਂ ਹੈ, ਸਰਕਾਰ ਕੋਲ ਜਾਂ ਫਾਰਮਰਸ ਕੋਲ, ਸਾਡੇ ਜਿਹੜੇ ਕਿਸਾਨ ਨੇ, ਕਿ ਉਹ ਦੁਬਾਰਾ ਤੋਂ ਕਿਸੇ ਹੋਰ ਅਥਾਰਟੀ ਕੋਲ ਜਾਣ ਆਪਦਾ ਇਹ ਮੁੱਦਾ ਲੈ ਕੇ, ਕਿਉਂਕਿ ਇਹ ਰੱਦ ਹੋ ਚੁੱਕਿਆ ਹੈ। ਤੇ ਸਰਕਾਰ ਵੀ ਕਿਸੇ ਹੋਰ ਆਪਦੇ ਕਿਸੇ ਵੀ ਹੋਰ ਤਰੀਕੇ ਨਾਲ ਇਹਨਾਂ ਨੂੰ ਵਾਪਸ ਨਹੀਂ ਲੈ ਕੇ ਆ ਸਕਦੀ ਜੀ। ਸਰ, ਜੇਕਰ ਸੁਪਰੀਮ ਕੋਰਟ ਵੱਲੋਂ ਕਾਨੂੰਨਾਂ ਦੇ ਵਿੱਚ ਸੋਧ ਕਰ ਦਿੱਤੀ ਜਾਵੇ ਤੇ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਕਿਸਾਨਾਂ ਕੋਲ ਕੋਈ ਹੋਰ ਰਸਤਾ, ਕੋਈ ਹੋਰ ਵਿਕਲਪ ਬਚਦਾ ਜਿਸ ਨਾਲ ਉਹ ਆਪਣੇ ਜਿਹੜੇ ਕਾਨੂੰਨ ਨੇ ਰੱਦ ਕਰਵਾ ਸਕਣ? ਦੇਖੋ, ਬੇਸਿਕਲੀ ਅਸੀਂ ਚਾਹੁੰਦੇ ਹਾਂ ਕਿ ਇਹ ਜੋ ਵੀ ਮੈਟਰ ਹੈ ਇਹਦਾ ਸੋਲੂਸ਼ਨ ਨਿਕਲੇ ਜੀ, ਤੇ ਜੋ ਵੀ ਉਹਨਾਂ ਦੇ ਡਾਊਟਸ ਨੇ ਉਹ ਖਤਮ ਹੋਣ, ਉਹ ਰਿਜ਼ੋਲਵ ਹੋਣ। ਹੁਣ ਉਹ ਸੰਸ਼ੋਧਨ 'ਚ ਜੇ ਇਹ ਸਭ ਕੁਝ ਹੋ ਸਕੇ ਜੀ ਤੇ ਇਹ ਬੈਸਟ ਰਹੂਗਾ ਜੀ, ਤੇ ਜੇ ਰੱਦ ਕਰਕੇ ਨਵੇਂ ਲੈ ਕੇ ਆਣੇ ਹੋਣ ਨਵੇਂ ਸਿਰੇ ਤੋਂ, ਉਹ ਵੀ ਆਪਸ਼ਨ ਬਿਲਕੁਲ ਖੁੱਲੀ ਹੈ ਜੀ। ਇਹ ਸਭ ਕੁਝ ਇਹ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਬਾਹਰ ਆਊਗਾ ਕਿ ਇਹ ਸੰਸ਼ੋਧਨ ਦੇ ਲਾਇਕ ਕਾਨੂੰਨ ਤਿੰਨੋਂ ਹੈਗੇ ਨੇ ਕਿ ਇਹਨਾਂ ਤੋਂ ਸਾਨੂੰ ਤਿੰਨਾਂ ਨੂੰ ਰੱਦ ਕਰਨਾ ਪਊਗਾ। ਸਰ, ਕੀ ਸੁਪਰੀਮ ਕੋਰਟ ਪਹਿਲਾਂ ਸੁੱਤੀ ਪਈ ਸੀ, ਉਦੋਂ ਉਹਨਾਂ ਨੂੰ ਕਮੇਟੀ ਬਣਾਉਣੀ ਨਹੀਂ ਯਾਦ ਆਈ? ਪਿਛਲੇ 6 ਮਹੀਨੇ ਤੋਂ ਕਿਸਾਨਾਂ ਜਿਹੜਾ ਸੰਘਰਸ਼ ਲਗਾਤਾਰ ਜਾਰੀ ਹੈ, ਪਿਛਲੇ 6 ਮਹੀਨੇ ਤੋਂ ਕਿਸਾਨ ਨੇ ਸੜਕਾਂ ਤੇ ਸੁਪਰੀਮ ਕੋਰਟ ਨੇ ਹੁਣ ਅੱਜ 6 ਮਹੀਨੇ ਬਾਅਦ ਆ ਕੇ ਕਮੇਟੀ ਬਣਾਤੀ। ਦੇਖੋ, ਸੁਪਰੀਮ ਕੋਰਟ ਨੇ ਬੜੇ ਵਧੀਆ ਤਰੀਕੇ ਨਾਲ, ਆਨਰੇਬਲ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਹੈ ਕਿ ਸੈਂਟਰਲ ਗਵਰਨਮੈਂਟ ਹੈਜ਼ ਫੇਲਡ, ਜਿਹੜੀ ਸਰਕਾਰ ਹੈ ਉਹ ਫੇਲ ਹੋ ਚੁੱਕੀ ਹੈ ਫਾਰਮਰਸ ਦੇ ਪ੍ਰੋਟੈਸਟ ਨੂੰ ਚੰਗੀ ਤਰ੍ਹਾਂ ਐਡਰੈਸ ਕਰਨ 'ਚ, ਹੈਂਡਲ ਕਰਨ 'ਚ। ਹੁਣ ਜਿਸ ਤਰ੍ਹਾਂ ਪਿਛਲੀ ਹੀਅਰਿੰਗ 'ਚ ਉਹਨੇ ਕਲੀਅਰ ਕਰਤਾ ਸੀ, ਸੁਜੈਸਟ ਉਹਨੇ ਕਰਤਾ ਸੀ ਕਿ ਆਪਾਂ ਇੱਕ ਕਮੇਟੀ ਬਣਾਵਾਂਗੇ ਹੁਣ, ਬਿਕੋਜ਼ ਵਾਟਰ ਹੈਜ਼ ਰੀਚਡ ਟਿਲ ਨੋਜ਼, ਨੱਕ ਤੱਕ ਪਾਣੀ ਆ ਚੁੱਕਿਆ ਹੈ ਤੇ ਹੁਣ ਇਸ ਤੋਂ ਬਾਅਦ 70 ਦੇ ਕਰੀਬ ਕਿਸਾਨ ਉੱਥੇ ਸ਼ਹੀਦ ਵੀ ਹੋ ਚੁੱਕੇ ਨੇ। ਠੰਡ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਇੰਟਰਨੈਸ਼ਨਲਾਈਜ਼ ਵੀ ਮੁੱਦਾ ਹੋ ਰਿਹਾ ਹੈ। ਇੰਡੀਅਨ ਇਕਨੋਮੀ ਵੀ ਸਾਡੀ ਜਿਹੜੀ ਹੈ, ਇਕਨੋਮਿਕ ਲਾਸ ਬਹੁਤ ਜ਼ਿਆਦਾ ਹੋ ਰਿਹਾ ਹੈ। ਉਹਨੂੰ ਸਭ ਨੂੰ ਮੱਦੇ ਨਜ਼ਰ, ਲਾਰਜਰ ਪਿਕਚਰ ਨੂੰ ਦੇਖਦੇ ਹੋਏ ਐਜ਼ ਅ ਬਿਗਰ ਬ੍ਰਦਰ ਉਹਨੇ ਇਸ 'ਚ ਆਪਦਾ ਹੁਣ ਪੈਰ ਰੱਖ ਲਿਆ ਹੈ ਸੁਪਰੀਮ ਕੋਰਟ ਨੇ, ਤੇ ਕਮੇਟੀ ਉਹਨੇ ਬਣਾਤੀ ਹੈ ਜੀ। ਤੇ ਹੁਣ ਜੋ ਵੀ ਹੋਊਗਾ, ਹੁਣ ਸੁਪਰੀਮ ਕੋਰਟ ਹੀ ਇਹਨੂੰ ਆਪਦੇ ਕਨਕਲੂਸਿਵ ਐਂਡ ਤੱਕ ਲੈ ਕੇ ਜਾਊਗੀ। ਇੱਕ ਕਾਨੂੰਨ ਖਤਮ ਵੀ ਕਰਨੇ ਪੈਣ ਤਾਂ ਬਿਲਕੁਲ ਖਤਮ ਕਰੂਗੀ, ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ, ਸਰਕਾਰ ਨੂੰ ਕੰਸਲਟ ਕਰਨ ਦੀ ਲੋੜ ਨਹੀਂ ਹੈ,
डायरेक्टली वो विद अ स्ट्रोक ऑफ पेन वो खत्म कर सकती है। जे इस 'ਚ ਕੋਈ ਵੀ ਸੰਸ਼ੋਧਨ ਕਰਨਾ ਹੈ, ਕੋਈ ਵੀ ਅਮੈਂਡਮੈਂਟ ਕਰਨੀ ਹੈ, ਉਹ ਸਿੱਧਾ ਸਰਕਾਰ ਨੂੰ ਇਹ ਸੁਜੈਸਟ ਕਰ ਸਕਦੀ ਹੈ ਤੇ ਗਵਰਨਮੈਂਟ ਫਿਰ ਉਹਨੂੰ ਕਰਕੇ ਲਿਆਊਗੀ। ਉਹ ਵੀ ਸੁਪਰੀਮ ਕੋਰਟ ਦੀ ਮੋਨੀਟਰਿੰਗ 'ਚ ਹੀ ਸਭ ਕੁਝ ਹੋਊਗਾ ਜੀ। ਜਿਵੇਂ ਇਹ ਮੁੱਦਾ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ, ਤੁਹਾਨੂੰ ਲੱਗਦਾ ਹੈ ਅੱਡੇ ਵੱਡੇ ਮੁੱਦੇ ਦਾ ਕੋਈ ਹੱਲ ਨਿਕਲੇਗਾ? ਕੇਂਦਰ ਸਰਕਾਰ ਤਾਂ ਇਹਦਾ ਹੱਲ ਕੱਢ ਨਹੀਂ ਪਾਈ। ਕੇਂਦਰ ਤੇ ਕਿਸਾਨਾਂ ਦੇ ਵਿਚਕਾਰ 8 ਬੈਠਕਾਂ ਹੋ ਚੁੱਕੀਆਂ, ਲੇਕਿਨ ਸਭ ਬੇਸਿੱਟਾ ਨਿਕਲੀਆਂ। ਦੇਖੋ ਜਦ ਦੋ ਸਿੰਘ ਅੜੇ ਹੋਣ ਜੀ ਤੇ ਫਿਰ ਕੋਈ ਵੱਡਾ ਤੁਹਾਨੂੰ ਸਿੰਘ ਚਾਹੀਦਾ ਉਹ ਕੱਢਣ ਲਈ। ਜੀ ਸੁਪਰੀਮ ਕੋਰਟ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ। ਕੀ ਤੁਸੀਂ ਮੰਨਦੇ ਹੋ ਸੁਪਰੀਮ ਕੋਰਟ ਇੱਕ ਕੇਂਦਰ ਸਰਕਾਰ ਤੋਂ ਵੱਡਾ ਸਿੰਘ ਹੈ? ਬਿਲਕੁਲ ਜੀ, ਸੁਪਰੀਮ ਕੋਰਟ ਤਾਂ ਸਭ ਤੋਂ ਵੱਡੀ ਸਾਡੀ ਇੰਡੀਆ 'ਚ, ਸਾਡੇ ਭਾਰਤ ਦੇ ਵਿੱਚ ਸਭ ਤੋਂ ਵੱਡੀ ਅਥਾਰਟੀ ਹੈ ਜੀ। ਉਸ ਤੋਂ ਉੱਪਰ ਕੁਝ ਨਹੀਂ ਹੈ ਜੀ। ਸੰਵਿਧਾਨ ਦੀ ਇੰਪਲੀਮੈਂਟੇਸ਼ਨ ਪ੍ਰੋਪਰ ਸੈਂਟਿਟੀ ਸੰਵਿਧਾਨ ਦੀ ਅਪਹੋਲਡ ਕਰਨਾ ਦੀ ਪੂਰੀ ਰਿਸਪੌਂਸਿਬਿਲਿਟੀ ਤੇ ਉਹਦੀ ਡਿਊਟੀ ਸੁਪਰੀਮ ਕੋਰਟ ਦੀ ਹੈ, ਜੋ ਕਿ ਬੜੇ ਹੀ ਸੋਹਣੇ ਤਰੀਕੇ ਨਾਲ ਅੱਜ ਤੱਕ ਵਿਦਆਊਟ ਐਨੀ ਬਲੈਕ ਸਪੌਟ ਉਹ ਕਰਦੀ ਆ ਰਹੀ ਹੈ। ਤੇ ਹੁਣ ਵੀ ਅਸੀਂ ਸਾਰੇ ਬਿਲਕੁਲ ਸਾਡੇ ਮਨ 'ਚ ਕੋਈ ਡਾਊਟ ਨਹੀਂ ਕਿ ਹੁਣ ਵੀ ਇਹ ਕਿਸਾਨ ਵਾਲਾ ਮੁੱਦਾ ਜਿਹੜਾ ਕੋਈ ਸੋਲਵ ਕਰੂਗਾ, ਸਾਡੇ ਬਿੱਲ ਤਿੰਨੋਂ ਰੱਦ ਹੋਣੇ ਤਾਂ ਰੱਦ ਕਰੂਗਾ, ਉਹ ਸੁਪਰੀਮ ਕੋਰਟ ਹੀ ਕਰੂਗਾ। ਪਰ ਕਿਸਾਨਾਂ ਵੱਲੋਂ ਲਗਾਤਾਰ ਦੋਸ਼ ਲਾਏ ਜਾ ਰਹੇ ਨੇ ਵੀ ਸੁਪਰੀਮ ਕੋਰਟ ਜਿਹੜੀ ਹੈਗੀ ਹੈ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ। ਕੇਂਦਰ ਸਰਕਾਰ ਤੋਂ ਬਿਨਾਂ ਪੁੱਛੇ ਸੁਪਰੀਮ ਕੋਰਟ ਡਿੰਗ ਨਹੀਂ ਪੱਟਦੀ। ਤੁਹਾਨੂੰ ਲੱਗਦਾ ਸੁਪਰੀਮ ਕੋਰਟ ਇਹ ਮੁੱਦਿਆਂ ਦਾ ਹੱਲ ਕਰ ਦੇਗੀ? ਦੇਖੋ ਹਲੇ ਇਟ ਇਜ਼ ਟੂ अर्ਲੀ, ਬਹੁਤ ਜਲਦੀ ਹੋਊਗੀ। ਇਹਨੂੰ ਜੇ ਆਪਾਂ ਕਹਿ ਦਈਏ ਕਿ ਸਰਕਾਰ ਦੇ ਇਹ ਇਸ਼ਾਰਿਆਂ ਤੇ ਚੱਲਦੀ ਹੈ। ਕਮੇਟੀ ਅੱਜ ਹੀ ਬਣੀ ਹੈ, ਆਰਡਰ ਅੱਜ ਹੋਇਆ ਹੈ ਤੇ ਥੋੜੀ ਜੀ ਆਉਣ ਦਿਓ, ਕਮੇਟੀ ਦੀ ਫਾਈਂਡਿੰਗਸ ਆਉਣ ਦਿਓ, ਉਸ ਤੋਂ ਬਾਅਦ ਅਸੀਂ ਸਾਰੇ ਦੇਖਾਂਗੇ ਤੇ ਜੋ ਵੀ ਕਮੇਟੀ ਦੀ ਫਾਈਂਡਿੰਗ ਹੋਊਗੀ ਉਹ ਕੋਰਟ 'ਚ ਜਾਊਗਾ ਸਾਰਾ। ਕੋਰਟ ਉਸ 'ਚ ਹੁਣ ਕੀ ਉਸ 'ਚੋਂ ਕੱਢਦੀ ਹੈ ਬਾਹਰ, ਕਿਉਂਕਿ ਕੋਰਟ ਨੇ ਇੱਕ ਪੈਰਲਲ ਮੋਡਸ ਆਪਰੈਂਡੀ, ਇੱਕ ਪੈਰਲਲ ਇੱਕ ਸਿਸਟਮ ਬਣਾਇਆ ਹੈ ਕਮੇਟੀ ਦਾ, ਵਿੱਚ ਜੋ ਕਿ ਹੈਲਪ ਕਰੂਗੀ ਬਿਟਵੀਨ ਦੀ ਫਾਰਮਰ ਐਂਡ ਦੀ ਗਵਰਨਮੈਂਟ। ਸਰ ਇੱਕ ਗੱਲ ਹੋਰ ਦੇਖਣ ਨੂੰ ਇੰਟਰਸਟਿੰਗ ਹੈ, ਕੋਰਟ ਦੇ ਵਿੱਚ ਲੱਖਾਂ ਕਰੋੜਾਂ ਕੇਸ ਪਹਿਲੇ ਹੀ ਪੈਂਡਿੰਗ ਪਏ ਨੇ। ਤੁਹਾਨੂੰ ਲੱਗਦਾ ਇਸ ਕੇਸ ਨੂੰ ਪ੍ਰਾਇਓਰਟੀ ਤੇ ਡੀਲ ਕੀਤਾ ਜਾਵੇਗਾ? ਬਿਲਕੁਲ, ਮੈਨੂੰ ਲੱਗਦਾ ਕਿ ਇਹ ਪ੍ਰਾਇਓਰਟੀ 'ਚ ਇਹਨੂੰ ਡੀਲ ਕਰਨਾ ਚਾਹੀਦਾ ਹੈ, ਕਿਉਂਕਿ ਇਸ 'ਚ ਸਾਡਾ ਜਿਹੜਾ ਅੰਨਦਾਤਾ ਹੈ, ਕਿਸਾਨ ਹੈ, ਉਹ ਇਨਵੋਲਵਡ ਹੈ। ਤੇ ਜੇ ਆਪਾਂ ਉਹਨੂੰ ਪ੍ਰਾਇਓਰਟੀ 'ਚ ਨਹੀਂ ਲੈ ਕੇ ਆਵਾਂਗੇ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਕੋਰਟ ਹੋਵੇ ਚਾਹੇ ਉਹ ਸਰਕਾਰ ਹੋਵੇ, ਤੇ ਮੈਨੂੰ ਲੱਗਦਾ ਜਿਹੜੇ ਸਾਡੇ ਹਜ਼ਾਰਾਂ ਲੱਖਾਂ ਕਿਸਾਨ ਬਾਰਡਰ ਤੇ ਬੈਠੇ ਹਨ ਉਹਨਾਂ ਨਾਲ ਅਸੀਂ ਇਨਸਾਫ ਨਹੀਂ ਕਰਾਂਗੇ ਜੀ। ਇੱਕ ਗੱਲ ਹੋਰ ਹੈ, ਕਿਸਾਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਵੀ ਅਸੀਂ ਕਿਸੇ ਕਮੇਟੀ ਦਾ ਸਾਹਮਣਾ ਨਹੀਂ ਕਰਾਂਗੇ, ਅਸੀਂ ਬਿੱਲ ਰੱਦ ਕਰਵਾ ਕੇ ਆਪਣੇ ਘਰਾਂ ਨੂੰ ਮੁੜਾਂਗੇ। ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਜਿਹੜੀ ਉੱਚ ਨਿਆਇਆਲੇ ਹੈ ਦੇਸ਼ ਦਾ, ਉਹਦੀ ਗੱਲ ਨੂੰ ਨਾ ਮੰਨਣਾ ਕਿੱਦਾਂ ਨੂੰ ਦੇਖਦੇ ਹੋ? ਦੇਖੋ ਕਿਸਾਨ ਜਿਹੜਾ ਹੈਗਾ ਉਹ ਆਪਦੀ ਮੰਗ ਤੇ ਉਹਦੀ ਆਪਦੀ ਮੰਗਾਂ ਹੈਗੀਆਂ ਜੀ, ਉਹਦੀ ਆਪਦੀ ਜਾਇਜ਼ ਮੰਗਾਂ ਹੈਗੀਆਂ। ਸਰਕਾਰ ਨੇ ਆਪਦਾ ਇੱਕ ਬਿੱਲ ਲੈ ਕੇ ਆਈ ਹੈ ਜੀ, ਦੋਨੋਂ ਪਾਸੇ ਅੜ ਗਏ ਜੀ। ਹੁਣ ਸੁਪਰੀਮ ਕੋਰਟ ਦਾ ਇਹ ਕਮੇਟੀ ਦੇ ਰਾਹੀਂ ਜੀ ਕਮੇਟੀ ਸਿਰਫ ਇੱਕ ਜਾਣਨ ਦਾ ਮੈਕੈਨਿਜ਼ਮ ਉਹਨੇ ਰੱਖਿਆ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਸਾਨ ਦਾ ਕੀ ਮੁੱਦਾ ਹੈ, ਸਰਕਾਰ ਕੀ ਚਾਹੁੰਦੀ ਹੈ। ਉਹ ਕਮੇਟੀ ਇਹ ਚੀਜ਼ ਲੈ ਕੇ ਆਊਗੀ ਸੁਪਰੀਮ ਕੋਰਟ ਨਾਲ। ਹੁਣ ਉਸ ਤੋਂ ਅੱਗੇ ਉਹ ਫਲ ਨਿਕਲੂਗਾ ਕਿ ਆਪਾਂ ਇਹਨੂੰ ਰੱਦ ਕਰੀਏ, ਸੰਸ਼ੋਧਨ ਕਰੀਏ ਜਾਂ ਇਸ 'ਚ ਹੋਰ ਕੁਝ ਨਵਾਂ ਕਰੀਏ ਜੀ। ਸਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਕਾਨੂੰਨ ਰੱਦ ਕਰ ਦਿੱਤੇ ਨੇ। ਕੀ ਸਟੇਟ ਗਵਰਨਮੈਂਟ ਕੋਲ ਅਥਾਰਟੀ ਹੈਗੀ ਹੈ ਕਿ ਉਹ ਆਪਣੀ ਸਟੇਟ ਦੇ ਵਿੱਚ ਮਤਾ ਪਾ ਕੇ ਕਾਨੂੰਨ ਰੱਦ ਕਰ ਸਕਣ? ਦੇਖੋ ਟੈਕਨੀਕਲੀ ਸਪੀਕਿੰਗ ਜਿਹੜਾ ਐਗਰੀਕਲਚਰ ਹੈ ਉਹ ਇੱਕ ਸਟੇਟ ਸਬਜੈਕਟ ਹੈ ਜੀ। ਸਾਡੀ ਕਨਸਟੀਟਿਊਸ਼ਨ 'ਚ ਸਟੇਟ ਸਬਜੈਕਟ ਦੇ ਰਾਹੀਂ ਇਹਨੂੰ ਸਟੇਟ ਗਵਰਨਮੈਂਟ ਹੀ ਰੈਗੂਲੇਟ ਕਰਦੀ ਹੈ ਜੀ। ਹੁਣ ਸਾਡੀ ਵਿਧਾਨ ਸਭਾ ਪੰਜਾਬ 'ਚ ਇਹ ਜਦ ਪਾਸ ਹੋ ਗਏ ਸੀ ਤਿੰਨੋਂ ਜੀ, ਇਹਦੇ ਅਗੇਂਸਟ ਰੈਜ਼ੋਲੂਸ਼ਨ ਹੋਰ ਵੀ ਕੇਰਲਾ 'ਚ ਹੋਇਆ ਪਾਸ, ਵੈਸਟ ਬੰਗਾਲ 'ਚ ਹੋਇਆ, ਤੇ ਉਹ ਬਿਲਕੁਲ ਕਰ ਸਕਦੇ ਆ। ਬਟ ਇਹਦੀ ਜਿਹੜੀ ਕੁਝ ਇਹਦੇ ਇੰਪਲੀਮੈਂਟੇਸ਼ਨ ਹੈਗੀ, ਕੁਝ ਇਹਦੇ ਐਸਪੈਕਟਸ ਉਹ ਸੈਂਟਰ ਨਾਲ ਜੁੜੇ ਹੋਏ ਹਨ ਜੀ, ਤੇ ਉਹਦੇ ਕਰਕੇ ਐਜ਼ ਅ ਹੋਲ ਐਕਟ 'ਚ ਤਾਂ ਹੀ ਕਿਸਾਨ ਮੇਰੇ ਸਾਰੇ ਬਾਰਡਰ ਤੇ ਪਹੁੰਚੇ ਹੋਏ ਹਨ ਕਿ ਸੈਂਟਰਲ ਗਵਰਨਮੈਂਟ ਇਹਨਾਂ ਨੂੰ ਵਾਪਸ ਲਵੇ, ਇਹਨਾਂ ਨੂੰ ਰੱਦ ਕਰੇ, ਤਾਂ ਕਿ ਉਹਨਾਂ ਦੇ ਮੁਤਾਬਿਕ ਉਹਨਾਂ ਦੇ ਜਿਹੜੇ ਜਾਇਜ਼ ਸ਼ਰਤਾਂ ਨੇ, ਮੰਗਾਂ ਨੇ, ਉਹਨਾਂ ਦੇ ਮੁਤਾਬਿਕ ਨਵੇਂ 3 ਕਾਨੂੰਨ ਆਵੇ। ਜਿਹੜੀ ਇਸ ਵੇਲੇ ਤਸਵੀਰ ਬਣੀ ਹੋਈ ਹੈ, ਜਿਹੜਾ ਇਸ ਵੇਲੇ ਮਾਹੌਲ ਬਣਿਆ ਹੋਇਆ ਦੇਸ਼ ਦੇ ਵਿੱਚ, ਤੁਹਾਨੂੰ ਲੱਗਦਾ ਕਿ ਜਿਹੜੇ ਕਾਨੂੰਨ ਨੇ ਉਹ ਮੁੱਢ ਤੋਂ ਰੱਦ ਹੋਣਗੇ? ਬਿਲਕੁਲ, ਕਿਉਂ ਨਹੀਂ ਹੋ ਸਕਦੇ ਜੀ, ਬਿਲਕੁਲ ਹੋ ਸਕਦੇ ਆ ਜੀ। ਜਿਹੜਾ ਮਾਹੌਲ ਦੇਖੋ, ਮਾਹੌਲ ਕਿਸੇ ਕਾਰਨਵਸ਼ ਹੀ ਬਣਿਆ ਜੀ। ਮਾਹੌਲ ਐਵੇਂ ਤਾਂ ਕੋਈ ਇੰਨੀ ਸਰਦੀ 'ਚ ਆਪਦੇ ਮਰਜ਼ੀ ਤੋਂ ਤੇ ਆਪਣੇ ਘਰ ਤੇ ਬੱਚਿਆਂ ਨੂੰ ਆਪਦੀ ਮਰਜ਼ੀ ਨਾਲ ਥੋੜਾ ਨਾ ਬੈਠੇ हैं लोग ਉੱਥੇ ਇੰਨੀ ਸਰਦੀ 'ਚ। ਕੋਈ ਤਾਂ ਮੁੱਦਾ ਹੋਣਾ, ਕੋਈ ਤਾਂ ਕਾਰਨ ਹੋਣਾ, ਤਾਂ ਹੀ ਤਾਂ ਲੋਕ ਬੈਠੇ हैं, ਤੇ ਕੋਈ ਤਾਂ ਮੁੱਦਾ ਹੋਣਾ, ਤਾਂ ਹੀ ਅੱਜ ਸੁਪਰੀਮ ਕੋਰਟ ਨੇ
ਇਹਨੂੰ ਕਮੇਟੀ ਬਣਾਈ ਹੈ ਤੇ ਤਾਂ ਹੀ ਸੁਪਰੀਮ ਕੋਰਟ ਨੇ ਜੀ ਇਹ ਕਿਹਾ ਹੈ ਜੀ ਕਿ ਸਮਵੇਅਰ ਸੈਂਟਰਲ ਗਵਰਨਮੈਂਟ ਜਿਹੜੀ ਆਪਣੀ ਗਵਰਨਮੈਂਟ ਸਰਕਾਰ ਹੈ ਉਹ ਪ੍ਰੋਪਰਲੀ ਇਹਨੂੰ ਐਡਰੈਸ ਨਹੀਂ ਕਰ ਪਾਈ ਮੁੱਦੇ ਨੂੰ। ਜਾਨ ਵੀ ਗਈਆਂ, ਬਹੁਤ ਸਾਰਾ ਨੁਕਸਾਨ ਵੀ ਹੋਇਆ, ਸੱਟਾਂ ਵੀ ਲੱਗੀਆਂ, ਪੈਸੇ ਦਾ ਵੀ ਨੁਕਸਾਨ ਹੋਇਆ। ਬਿਲਕੁਲ। ਤੁਹਾਨੂੰ ਲੱਗਦਾ ਕਿ ਜਿਹੜੀਆਂ ਦੋਹਾਂ ਧਿਰਾਂ ਦੇ ਵਿੱਚ ਇਸ ਵੇਲੇ ਲੜਾਈ ਤਣਾਅ ਦੀ ਸਿਚੁਏਸ਼ਨ ਜਿਹੜੀ ਬਣੀ ਹੋਈ ਹੈ ਕਿਸਾਨਾਂ ਦੀ ਤੇ ਕੇਂਦਰ ਸਰਕਾਰ ਦੇ ਵਿੱਚ, ਹੁਣ ਸੁਪਰੀਮ ਕੋਰਟ ਦੇ ਵਿੱਚ ਆਉਣ ਨਾਲ ਕੋਈ ਸਮਝੌਤਾ ਹੋਣ ਦੀ ਉਮੀਦ ਹੈਗੀ ਹੈ? ਬਿਲਕੁਲ। ਸੁਪਰੀਮ ਕੋਰਟ ਬੇਸਿਕਲੀ ਸੁਪਰੀਮ ਕੋਰਟ ਨੇ ਤਾਂ ਹੀ ਇਹਨੂੰ ਸਾਰੇ ਮੈਟਰ ਨੂੰ ਫੜ ਲਿਆ ਹੈ ਜੀ ਕਿਉਂਕਿ ਅੱਜ ਤੱਕ ਰਿਕਾਰਡ ਇਹ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਰਿਕਾਰਡ ਇਹ ਕਹਿ ਰਿਹਾ ਹੈ 8 ਮੀਟਿੰਗਸ ਹੋ ਗਈਆਂ, ਬਹੁਤ ਕੁਝ ਹੋ ਲਿਆ, ਇਨਫਾਰਮਲ ਬਹੁਤ ਸਾਰੀ ਟਾਕਸ ਹੋ ਗਈਆਂ ਜੀ, ਬੈਕ ਚੈਨਲਸ ਤੇ ਟਾਕਸ ਹੋ ਗਈਆਂ, ਇਹ ਸਰਕਾਰ ਚੰਗੀ ਤਰ੍ਹਾਂ ਇਹਨੂੰ ਐਡਰੈਸ ਨਹੀਂ ਕਰ ਪਾਈ ਜੀ। ਤਾਂ ਹੀ ਸੁਪਰੀਮ ਕੋਰਟ ਨੇ ਆਪਦਾ ਹੁਣ ਸਟੈਂਡ ਲੈ ਲਿਆ ਹੈ ਜੀ, ਕਮੇਟੀ ਬਣ ਗਈ ਹੈ ਜੀ ਤੇ ਅੱਗੇ ਉਹੀ ਇਹਨੂੰ ਮੈਟਰ ਨੂੰ ਲੈ ਕੇ ਜਾਊਗੀ ਜੀ। ਇਹ ਸਨ ਸਾਡੇ ਨਾਲ ਐਕਸਪਰਟ ਐਡਵੋਕੇਟ ਅਮਿਤ ਸ਼ਰਮਾ ਜੀ, ਜਿਨ੍ਹਾਂ ਦੱਸਿਆ ਕਿ ਜਿਹੜੀ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਹੈ ਉਸ ਵਿੱਚ ਇਹ ਕਿਸਾਨ ਬਿੱਲਾਂ ਦਾ ਜਿਹੜਾ ਮੁੱਦਾ ਹੈ 100% ਜਿਹੜਾ ਉਹਦਾ ਹੱਲ ਨਿਕਲੇਗਾ ਤੇ ਕਿਸਾਨ ਵੀਰਾਂ ਨੂੰ ਛੇਤੀ ਆਪਣੇ ਘਰ ਵਾਪਸ ਮੁੜਨ ਲਈ ਇੱਕ ਬਿੱਲ ਜਿਹੜੇ ਨੇ ਉਹ ਵਾਪਸ ਕਰਵਾ ਕੇ ਸੁਪਰੀਮ ਕੋਰਟ ਵੱਲੋਂ ਇਹਦਾ ਹੱਲ ਕੱਢ ਕੇ ਕਿਸਾਨਾਂ ਨੂੰ ਆਪਣੇ ਘਰ ਵਾਪਸ ਭੇਜਿਆ ਜਾਵੇਗਾ। ਸਕਾਈ ਨਿਊਜ਼ ਪੰਜਾਬ ਲਈ NI। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।